ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੀ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਅੱਜ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ। ਵਿਆਹ ਦੇ ਪਹਿਲੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਆਪਣੀ ਸੱਸ ਤੇ ਨਨਾਣ ਨੂੰ ਖੁਸ਼ ਰੱਖਣਾ ਹੋਵੇਗਾ। ਮੇਰਾ ਘਰ ਵਾਲਾ ਤਾਂ ਮੇਰੀ ਹਰ ਇੱਕ ਗੱਲ ਨਿੱਕੀ ਨਿੱਕੀ ਮੰਨਦਾ ਸੀ। ਮੇਰੀ ਸੱਸ ਦਾ ਸੁਭਾਅ ਵੀ ਵਧੀਆ ਸੀ, ਪਰ ਮੇਰੀ ਨਨਾਣ ਬਹੁਤ ਗੁੱਸੇ ਵਾਲੇ ਸੁਭਾਅ ਦੀ ਸੀ। ਮੇਰੀ ਨਨਾਣ ਦੀ ਉਮਰ 36 ਸਾਲ ਦੀ ਹੋ ਗਈ ਸੀ, ਪਰ ਉਸਦਾ ਅਜੇ ਤੱਕ ਵਿਆਹ ਨਹੀਂ ਸੀ ਹੋਇਆ। ਇਸੇ ਕਰਕੇ ਉਸਦਾ ਸੁਭਾਅ ਚਿੜਚਿੜਾ ਹੋਇਆ ਪਿਆ ਸੀ। ਮੇਰਾ ਘਰ ਵਾਲਾ ਵੀ ਮੇਰੀ ਨਨਾਣ ਤੋਂ ਬਹੁਤ ਡਰਦਾ ਸੀ। ਉਹ ਜਿਵੇਂ ਕਹਿੰਦੀ ਉਸਦੀ ਗੱਲ ਚੁੱਪਚਾਪ ਮੰਨ ਲੈਂਦਾ ਸੀ। ਇੱਕ ਵਾਰ ਮੇਰੇ ਘਰ ਵਾਲੇ ਨੇ ਮੇਰੇ ਲਈ ਲਾਲ ਰੰਗ ਦੀਆਂ ਚੂੜੀਆਂ ਲਿਆਂਦੀਆਂ। ਮੈਂ ਵੀ ਖੁਸ਼ੀ-ਖੁਸ਼ੀ ਪਾ ਲਈਆਂ। ਜਦੋਂ ਵੀ ਮੈਂ ਕੋਈ ਕੰਮ ਕਰਦੀ ਤਾਂ ਚੂੜੀਆਂ ਛਣਕਣ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜਦੀ। ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਚੂੜੀਆਂ ਛਣਕਣ ਦੀ ਆਵਾਜ਼ ਸੁਣ ਕੇ ਮੇਰੀ ਨਨਾਣ ਕਮਰੇ ਵਿੱਚੋਂ ਆਈ। ਮੈਨੂੰ ਆ ਕੇ ਕਹਿਣ ਲੱਗੀ, ਤੂੰ ਮੈਨੂੰ ਮਚਾਉਣ ਦੀ ਖਾਤਰ ਇਹ ਚੂੜੀਆਂ ਪਾਈਆਂ, ਕਿਉਂਕਿ ਤੇਰਾ ਤਾਂ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ। ਮੈਂ 36 ਸਾਲਾਂ ਦੀ ਹੋ ਕੇ ਵੀ ਆਪਣੇ ਮਾਪਿਆਂ ਦੇ ਘਰ ਬੈਠੀ ਹਾਂ। ਮੈਂ ਆਪਣੀ ਨਨਾਣ ਦਾ ਇਹ ਰੂਪ ਦੇਖ ਕੇ ਡਰ ਗਈ। ਮੈਂ ਡਰਦੀ ਹੋਈ ਬੋਲੀ, ਨਹੀਂ ਦੀਦੀ, ਮੇਰੀ ਇਸ ਤਰ੍ਹਾਂ ਦੀ ਸੋਚ ਨਹੀਂ ਸੀ। ਇਹ ਤਾਂ ਤੇਰੇ ਭਰਾ ਨੇ ਲਿਆ ਕੇ ਦਿੱਤੀਆਂ ਸੀ। ਮੈਂ ਪਾ ਲਈਆਂ, ਉਹਨਾਂ ਦੀ ਖੁਸ਼ੀ ਕਰਕੇ ਪਾ ਲਈਆਂ। ਮੈਨੂੰ ਰੱਬ ਦੀ ਸਹੁੰ ਲੱਗੇ ਜੇ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਆਇਆ ਹੋਵੇ। ਮੈਂ ਅਜੇ ਇੰਨਾ ਹੀ ਕਿਹਾ ਸੀ ਕਿ ਮੇਰੀ ਨਨਾਣ ਉੱਚੀ ਉੱਚੀ ਰੋਣ ਲੱਗ ਪਈ। ਉਸ ਨੂੰ ਰੋਂਦੀ ਨੂੰ ਸੁਣ ਕੇ ਮੇਰੀ ਸੱਸ ਤੇ ਮੇਰਾ ਘਰ ਵਾਲਾ ਭੱਜੇ ਭੱਜੇ ਆਏ। ਮੇਰੀ ਸੱਸ ਨੇ ਆ ਕੇ ਮੇਰੀ ਨਨਾਣ ਨੂੰ ਪੁੱਛਿਆ, ਕੀ ਹੋ ਗਿਆ, ਤੈਨੂੰ, ਤੂੰ ਕਿਉਂ ਰੋ ਰਹੀ ਹੈ? ਤਾਂ ਮੇਰੀ ਨਨਾਣ ਨੇ ਰੋਂਦੀ ਹੋਈ ਨੇ ਕਿਹਾ, ਭਾਬੀ ਨੇ ਜੋ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਇਹ ਮੈਨੂੰ ਮਚਾਉਣ ਦੀ ਖਾਤਰ ਪਾਈਆਂ, ਤੇ ਮੈਨੂੰ ਕਹਿੰਦੀ ਆ ਕਿ ਤੂੰ ਤਾਂ ਆਪਣੇ ਮਾਂ-ਬਾਪ ਦੇ ਘਰ ਬੁੱਢੀ ਹੋ ਗਈ। ਤੂੰ ਕੀ ਜਾਣੇ, ਇਹ ਤਾਂ ਸੁਹਾਗ ਦੀ ਨਿਸ਼ਾਨੀ ਹੈ। ਇਹ ਤਾਂ ਸੁਹਾਗਣਾ ਹੀ ਪਾਉਂਦੀਆਂ ਨੇ। ਜਦੋਂ ਮੇਰੀ ਨਨਾਣ ਨੇ ਇਸ ਤਰ੍ਹਾਂ ਕਿਹਾ ਤਾਂ ਮੇਰੀ ਸੱਸ ਮੇਰੇ ਵੱਲ ਘੂਰ-ਘੂਰ ਕੇ ਵੇਖਣ ਲੱਗੀ। ਮੈਂ ਆਪਣੀ ਸਫਾਈ ਦਿੰਦੇ ਹੋਏ ਕਿਹਾ, ਨਹੀਂ ਮੰਮੀ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਦੀਦੀ ਤਾਂ ਝੂਠ ਬੋਲ ਰਹੀ ਆ। ਤਾਂ ਮੇਰੀ ਨਨਾਣ ਨੇ ਇੱਕਦਮ ਖੜੀ ਹੋ ਕੇ ਮੇਰੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰਿਆ। ਮੈਂ ਕਦੇ ਆਪਣੀ ਸੱਸ ਵੱਲ ਦੇਖ ਰਹੀ ਸੀ ਤੇ ਕਦੇ ਆਪਣੇ ਘਰ ਵਾਲੇ ਵੱਲ। ਮੈਨੂੰ ਇੰਝ ਲੱਗਦਾ ਸੀ ਕਿ ਉਹ ਮੇਰੇ ਹੱਕ ਵਿੱਚ ਬੋਲਣਗੇ। ਮੇਰੇ ਘਰ ਵਾਲੇ ਨੇ ਮੇਰੀ ਨਨਾਣ ਨੂੰ ਕੁਝ ਵੀ ਨਾ ਕਿਹਾ। ਮੈਂ ਰੋਂਦੀ ਰੋਂਦੀ ਆਪਣੇ ਕਮਰੇ ਵਿੱਚ ਆ ਗਈ। ਛੋਟੀ ਉਮਰ ਹੋਣ ਕਰਕੇ ਮੇਰੇ ਵਿੱਚ ਸਹਿਣ ਸ਼ਕਤੀ ਬਹੁਤ ਘੱਟ ਸੀ। ਮੇਰੇ ਦਿਲ ਵਿੱਚ ਇਹ ਗੱਲ ਆ ਰਹੀ ਸੀ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ। ਮੈਂ ਜਲਦੀ ਜਲਦੀ ਆਪਣੇ ਕੱਪੜੇ ਬੈਗ ਵਿੱਚ ਪਾਏ। ਜਦੋਂ ਮੈਂ ਕਮਰੇ ਵਿੱਚ ਆਈ ਤਾਂ ਮੇਰਾ ਪਤੀ ਮੇਰੇ ਮਗਰ ਇੱਕ ਵਾਰ ਨਾ ਆਇਆ। ਮੈਂ ਆਪਣੇ ਕੱਪੜੇ ਬੈਗ ਵਿੱਚ ਪਾ ਰਹੀ ਸੀ, ਨਾਲੇ ਮਨ ਹੀ ਮਨ ਸੋਚ ਰਹੀ ਸੀ ਕਿ ਮੇਰੇ ਪਤੀ ਮੈਨੂੰ ਆ ਕੇ ਰੋਕਣਗੇ ਤੇ ਮੇਰੀ ਨਨਾਣ ਨੂੰ ਕਹਿਣਗੇ ਆਪਣੀ ਭਾਬੀ ਕੋਲੋਂ ਮਾफ़ੀ ਮੰਗ। ਪਰ 1 ਘੰਟਾ ਹੋ ਗਿਆ ਸੀ, ਉਹ ਮੇਰੇ ਕਮਰੇ ਵਿੱਚ ਇੱਕ ਵਾਰ ਵੀ ਨਹੀਂ ਸੀ ਆਏ। ਮੈਂ ਬਸ ਪੱਕਾ ਮਨ ਬਣਾ ਲਿਆ ਸੀ ਕਿ ਇੱਥੋਂ ਮੈਂ ਚਲੀ ਜਾਵਾਂਗੀ। ਮੈਂ ਆਪਣਾ ਬੈਗ ਬੰਦ ਕਰਿਆ ਤੇ ਆਪਣੇ ਕਮਰੇ ਵਿੱਚੋਂ ਨਿਕਲੀ ਤਾਂ ਮੇਰੀ ਨਨਾਣ, ਸੱਸ ਤੇ ਮੇਰਾ ਪਤੀ ਇਕੱਠੇ ਸਿਰ ਜੋੜ ਕੇ ਬੈਠੇ ਘੁਸਰ ਮੁਸਰ ਕਰ ਰਹੇ ਸੀ। ਜਦੋਂ ਬੈਗ ਮੇਰੇ ਹੱਥ ਵਿੱਚ ਮੇਰੇ ਘਰ ਵਾਲੇ ਨੇ ਦੇਖਿਆ ਤਾਂ ਉਹ ਘਬਰਾ ਗਏ ਤੇ ਮੈਨੂੰ ਕਹਿਣ ਲੱਗੇ, ਤੂੰ ਕਿੱਥੇ ਜਾ ਰਹੀ ਹੈ? ਮੈਂ ਕਿਹਾ, ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ। ਜਦੋਂ ਮੇਰੀ ਇਸ ਘਰ ਵਿੱਚ ਕੋਈ ਇੱਜ਼ਤ ਹੀ ਨਹੀਂ ਤਾਂ ਮੈਂ ਇੱਥੇ ਰਹਿ ਕੇ ਕੀ ਕਰਨਾ? ਤਾਂ ਮੇਰਾ ਪਤੀ ਮੈਨੂੰ ਕਹਿੰਦਾ, ਪਾਗਲ ਨਾ ਬਣ, ਇਸ ਗੱਲ ਨੂੰ ਆਪਾਂ ਬੈਠ ਕੇ ਸੁਲਝਾ ਲਵਾਂਗੇ। ਪਰ ਮੇਰੇ ਦਿਲ ਵਿੱਚ ਬਹੁਤ ਗੁੱਸਾ ਸੀ। ਮੈਂ ਕਿਹਾ, ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ। ਪਹਿਲਾਂ ਤੁਹਾਡੀ ਭੈਣ ਮੇਰੇ ਤੋਂ ਮਾफ़ੀ ਮੰਗੇ। ਮੈਂ ਉਹਨਾਂ ਚਿਰ ਇਸ ਘਰ ਵਿੱਚ ਨਹੀਂ ਰਹਾਂਗੀ ਕਿਉਂਕਿ ਮੇਰੀ ਕੋਈ ਗਲਤੀ ਨਹੀਂ। ਮੈਂ ਕੁਝ ਨਹੀਂ ਸੀ ਕਿਹਾ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੇਰਾ ਪਤੀ ਅੱਗੋਂ ਕੁਝ ਨਾ ਬੋਲਿਆ ਤਾਂ ਮੇਰੀ ਸੱਸ ਕਹਿਣ ਲੱਗੀ, ਜਾਣ ਦੇ। ਤਾਂ ਮੇਰੇ ਪਤੀ ਨੇ ਮੈਨੂੰ ਇੱਕ ਵਾਰ ਵੀ ਨਾ ਰੋਕਿਆ। ਉਦੋਂ ਮੇਰਾ ਦਿਲ ਟੁੱਟ ਗਿਆ ਕਿਉਂਕਿ ਸਹੁਰੇ ਪਰਿਵਾਰ ਵਿੱਚ ਇੱਕ ਪਤੀ ਹੁੰਦਾ ਹੈ ਜਿਸ ਦੇ ਆਸਰੇ ਇੱਕ ਔਰਤ ਰਹਿੰਦੀ ਹੈ। ਜਦੋਂ ਉਹੀ ਉਸ ਦੇ ਖਿਲਾਫ ਹੋ ਜਾਵੇ ਤਾਂ ਉਸ ਘਰ ਵਿੱਚ ਇੱਕ ਪਲ ਵੀ ਨਹੀਂ ਦਿਲ ਲੱਗਦਾ। ਅੱਜ ਮੇਰਾ ਦਿਲ ਬਿਲਕੁਲ ਟੁੱਟ ਚੁੱਕਿਆ ਸੀ। ਮੈਂ ਆਪਣੇ ਪਤੀ ਦੇ ਹੱਥ ਵਿੱਚ ਬੈਗ ਫੜਿਆ ਤੇ ਗੇਟ ਵਿੱਚੋਂ ਤੁਰ ਪਈ। ਇੱਕ ਸ਼ਹਿਰ ਵਿੱਚ ਹੀ ਮੇਰੇ ਪੇਕੇ ਤੇ ਸਹੁਰੇ ਸਨ। ਮੈਨੂੰ ਜਾਣ ਵਿੱਚ ਜ਼ਿਆਦਾ ਟਾਈਮ ਨਾ ਲੱਗਿਆ। ਮੈਂ ਜਦੋਂ ਆਪਣੇ ਪੇਕੇ ਘਰ ਪਹੁੰਚੀ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਘਬਰਾ ਗਈ। ਤਾਂ ਮੇਰਾ ਭਰਾ ਵੀ ਆ ਗਿਆ ਤੇ ਮੈਨੂੰ ਪੁੱਛਣ ਲੱਗੇ ਕਿ ਕੀ ਹੋਇਆ ਤੈਨੂੰ? ਮੈਂ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਮੇਰੀ ਨਨਾਣ ਨੇ ਝੂਠ ਬੋਲ ਕੇ ਮੇਰੇ ਮੂੰਹ ਉੱਪਰ ਥੱਪੜ ਮਾਰਿਆ।
ਮੈਂ ਜਦੋਂ ਸਾਰੀ ਗੱਲ ਦੱਸੀ ਤਾਂ ਮੇਰੀ ਮਾਂ ਨੇ ਕਿਹਾ ਕਿ ਜਦੋਂ ਤੇਰੇ ਪਾਪਾ ਆਉਣਗੇ ਤਾਂ ਆਪਾਂ ਗੱਲ ਕਰਾਂਗੇ। ਜਦੋਂ ਮੈਂ ਗੱਲ ਕਰਕੇ ਹਟੀ ਤਾਂ ਮੇਰਾ ਭਰਾ ਵੀ ਮੇਰੀ ਨਨਾਣ ਦੇ ਹੱਕ ਵਿੱਚ ਬੋਲਿਆ। ਮੈਨੂੰ ਆਪਣੇ ਭਰਾ 'ਤੇ ਗੁੱਸਾ ਆਇਆ ਕਿ ਉਹ ਆਪਣੀ ਭੈਣ ਦੇ ਹੱਕ ਵਿੱਚ ਨਹੀਂ ਬੋਲਿਆ ਤੇ ਉਸਨੇ ਮੇਰੀ ਨਨਾਣ ਦੀ ਤਰਫਦਾਰੀ ਕੀਤੀ। ਇੰਨੇ ਨੂੰ ਪਾਪਾ ਆ ਗਏ। ਮੈਂ ਪਾਪਾ ਨੂੰ ਸਾਰੀ ਗੱਲ ਦੱਸੀ ਤੇ ਪਾਪਾ ਦੇ ਗਲ ਲੱਗ ਕੇ ਰੋ ਪਈ। ਪਾਪਾ ਨੇ ਮੈਨੂੰ ਬਹੁਤ ਸਮਝਾਇਆ ਕਿ ਬੇਟਾ, ਉਹ ਤੇਰਾ ਸਹੁਰਾ ਘਰ ਆ, ਤੈਨੂੰ ਵੀ ਥੋੜ੍ਹਾ ਸਹਿਣ ਕਰਨਾ ਪਵੇਗਾ ਤੇ ਉਹਨਾਂ ਦੇ ਮੁਤਾਬਕ ਚੱਲਣਾ ਪਵੇਗਾ। ਜਦੋਂ ਮੇਰੇ ਪਾਪਾ ਦੀ ਇਹ ਗੱਲ ਸੁਣੀ ਤਾਂ ਮੇਰੀ ਮੰਮੀ ਘਬਰਾ ਗਈ ਤੇ ਬੋਲੀ ਕਿ ਮੇਰੀ ਧੀ ਦਾ ਜਦੋਂ ਕਸੂਰ ਹੀ ਨਹੀਂ ਤਾਂ ਫਿਰ ਉਹ ਕਿਉਂ ਚੱਲੇ? ਉਹਨਾਂ ਦਾ ਰੋਬ। ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਉਸ ਘਰ ਵਿੱਚ ਉਹ ਕਦੇ ਨਹੀਂ ਜਾਵੇਗੀ। 1 ਹਫ਼ਤਾ ਲੰਘ ਗਿਆ ਪਰ ਮੇਰੇ ਪਤੀ ਦਾ ਕੋਈ ਫ਼ੋਨ ਨਾ ਆਇਆ। ਇੱਕ ਦਿਨ ਅਚਾਨਕ ਮੇਰੀ ਸੱਸ ਦਾ ਫ਼ੋਨ ਆਇਆ ਕਿ ਅੱਜ ਤੈਨੂੰ ਰਵਨੀਤ ਲੈਣ ਆਵੇਗਾ। ਮੈਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਇਆ ਕਿ ਮੇਰੇ ਪਤੀ ਦਾ ਹੱਕ ਬਣਦਾ ਸੀ ਫ਼ੋਨ ਕਰਨ ਦਾ। ਫਿਰ ਮੈਂ ਸੋਚਿਆ ਚਲੋ ਕੋਈ ਨਾ, ਕਿਸੇ ਨੇ ਤਾਂ ਕਿਹਾ ਕਿ ਤੂੰ ਘਰ ਆ ਜਾ। ਦੁਪਹਿਰ ਟਾਈਮ ਸਾਡੇ ਗੇਟ 'ਤੇ ਬੈਲ ਵੱਜੀ ਤਾਂ ਜਦੋਂ ਦਰਵਾਜ਼ਾ ਖੋਲ੍ਹਿਆ ਰਵਨੀਤ ਮੈਨੂੰ ਲੈਣ ਲਈ ਆਏ ਸੀ। ਉਹਨਾਂ ਨੇ ਚਾਹ ਪਾਣੀ ਪੀਤਾ ਤੇ ਅਸੀਂ ਸ਼ਾਮ ਨੂੰ ਆਪਣੇ ਘਰ ਆ ਗਏ। ਜਦੋਂ ਮੈਂ ਘਰ ਆਈ ਤਾਂ ਮੈਂ ਆਪਣੀ ਸੱਸ ਅਤੇ ਨਨਾਣ ਦਾ ਬਦਲਿਆ ਸੁਭਾਅ ਦੇਖਿਆ ਤਾਂ ਮੈਨੂੰ ਯਕੀਨ ਨਾ ਆਇਆ। ਮੇਰੀ ਨਨਾਣ ਨੇ ਪਹਿਲਾਂ ਮੇਰੇ ਤੋਂ ਮਾफ़ੀ ਮੰਗੀ, ਫਿਰ ਕਹਿੰਦੀ ਭਾਬੀ ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਜਾਣ-ਬੁੱਝ ਕੇ ਤੈਨੂੰ ਦੁਖੀ ਕਰਨ ਮਾਰੀ ਨੇ ਇਹ ਸਭ ਕੁਝ ਕਰਿਆ ਸੀ। ਹੁਣ ਮੇਰੀ ਸੱਸ ਤੇ ਨਨਾਣ ਮੇਰੇ ਨਾਲ ਕੰਮ ਵੀ ਕਰਵਾ ਦਿੰਦੀਆਂ ਸੀ। ਅਗਲੇ ਦਿਨ ਮੈਂ ਰਸੋਈ ਵਿੱਚ ਚਾਹ ਬਣਾ ਰਹੀ ਸੀ ਤਾਂ ਮੇਰੀ ਸੱਸ ਨੇ ਕਿਹਾ, ਤੇਰੇ ਭਰਾ ਦਾ ਰਿਸ਼ਤਾ ਮੰਨੂ ਨਾਲ ਹੋ ਜਾਵੇ ਤਾਂ ਵਧੀਆ ਰਹੂ, ਕਿਉਂਕਿ ਮੇਰੇ ਭਰਾ ਦੀ ਉਮਰ ਥੋੜ੍ਹੀ ਵੱਡੀ ਹੋ ਗਈ ਸੀ। ਜ਼ਿਆਦਾ ਜਾਇਦਾਦ ਨਾ ਹੋਣ ਕਰਕੇ ਮੇਰੇ ਭਰਾ ਦਾ ਵੀ ਅਜੇ ਤੱਕ ਵਿਆਹ ਨਹੀਂ ਸੀ ਹੋਇਆ। ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਚੌਂਕ ਗਈ ਤੇ ਮੈਂ ਕਿਹਾ, ਮੰਮੀ ਜੀ, ਇਹ ਰਿਸ਼ਤਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਤੇ ਬਾਅਦ ਵਿੱਚ ਉਸ ਨੇ ਇਹ ਗੱਲ ਕਹੀ ਕਿ ਤੂੰ ਇਹ ਗੱਲ ਰਵਨੀਤ ਕੋਲ ਨਾ ਕਰੀ। ਮੈਂ ਤਾਂ ਵੈਸੇ ਹੀ ਗੱਲ ਕਹੀ ਸੀ, ਕਿਉਂਕਿ ਰਵਨੀਤ ਜਦੋਂ ਵੀ ਤੇਰੇ ਲਈ ਕੋਈ ਰਿਸ਼ਤਾ ਆਉਂਦਾ ਤਾਂ ਉਸ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦਾ ਸੀ। ਮੈਂ ਸਿਰਫ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਮੇਰੇ ਤੋਂ ਅੱਗੇ ਬੋਲਿਆ ਨਾ ਗਿਆ। ਜਦੋਂ ਮੇਰੀ ਸੱਸ ਚਲੀ ਗਈ ਤਾਂ ਮੈਂ ਆਪਦਾ ਕੰਮ ਖਤਮ ਕਰਿਆ ਤੇ ਆਪਣੇ ਪੇਕੀ ਆਪਦੀ ਮਾਂ ਨੂੰ ਫ਼ੋਨ ਕਰਿਆ ਤੇ ਆਪਣੀ ਸੱਸ ਦੀ ਸਾਰੀ ਗੱਲ ਦੱਸੀ। ਮੇਰੀ ਮਾਂ ਵੀ ਮੇਰੀ ਸੱਸ ਦੀ ਗੱਲ ਸੁਣ ਕੇ ਹੱਕੀ ਬੱਕੀ ਰਹਿ ਗਈ। ਉਸਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਦੇਖ, ਜੇਕਰ ਤੂੰ ਇਹ ਰਿਸ਼ਤਾ ਲੈ ਕੇ ਸਾਡੇ ਘਰ ਆਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੰਨੂ ਮੇਰੀ ਨੂੰਹ ਬਣੇ। ਪਹਿਲਾਂ ਤਾਂ ਮੈਂ ਰਵਨੀਤ ਨੂੰ ਦੱਸਣ ਲੱਗੀ ਸੀ, ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮਹੀਨੇ ਤੋਂ ਤਾਂ ਮੈਂ ਆਪਣੇ ਸਹੁਰੇ ਘਰ ਆਈ ਹਾਂ, ਫਿਰ ਮੇਰੀ ਸੱਸ ਤੇ ਨਨਾਣ ਮੇਰੇ ਨਾਲ ਉਹੀ ਸਲੂਕ ਕਰਨਾ ਸ਼ੁਰੂ ਕਰ ਦੇਣਗੇ। ਮੈਂ ਸੋਚਿਆ ਕਿ ਇਹ ਰਿਸ਼ਤਾ ਤਾਂ ਨਹੀਂ ਹੋ ਸਕਦਾ। ਫਿਰ ਮੈਂ ਇੱਕ ਦਿਨ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਮੇਰੀ ਸੱਸ ਮੇਰੇ ਕੋਲ ਆਈ। ਕਹਿੰਦੀ, ਮੰਨੂ ਲਈ ਮੈਂ ਇੱਕ ਲੜਕਾ ਲੱਭ ਲਿਆ ਤੇ ਉਸਦੇ ਲਈ ਸਿਰਫ ਵਿਆਹ ਵਾਲੇ ਦਿਨ ਲਈ ਹੀ ਸੂਟ ਖਰੀਦਣਾ। ਤੂੰ ਤੇ ਮੰਨੂ ਬਾਜ਼ਾਰ ਜਾ ਕੇ ਸੂਟ ਜਾਂ ਕੋਈ ਲਹਿੰਗਾ ਵਗੈਰਾ ਲੈ ਆਓ। ਜਦੋਂ ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਦਿਲ ਨੂੰ ਸਕੂਨ ਮਿਲਿਆ ਕਿ ਕਦੇ ਮੰਨੂ ਨਾਮ ਦੀ ਬਲਾ ਵੀ ਮੇਰੇ ਕੋਲੋਂ ਲਾਹੀ ਗਈ। ਮੈਂ ਵੀ ਆਪਣੇ ਘਰ ਵਿੱਚ ਸੁੱਖ ਦਾ ਸਾਹ ਲਵਾਂਗੀ। ਮੇਰੀ ਸੱਸ ਫਿਰ ਬੋਲੀ, ਤੇ ਇਹ ਗੱਲ ਹਜੇ ਤੂੰ ਰਵਨੀਤ ਕੋਲ ਨਾ ਕਰੀ। ਮੈਂ ਹੈਰਾਨ ਸੀ ਕਿ ਇੱਕ ਭਰਾ ਨੂੰ ਭੈਣ ਦੇ ਵਿਆਹ ਦਾ ਪਤਾ ਹੀ ਨਾ ਲੱਗੇ, ਇਹ ਕਿਵੇਂ ਹੋ ਸਕਦਾ? ਪਰ ਸਾਡੇ ਘਰ ਵਿੱਚ ਮੇਰੀ ਸੱਸ ਦਾ ਹੁਕਮ ਹੀ ਚੱਲਦਾ ਸੀ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਚਲੋ ਕਿਵੇਂ ਨਾ ਕਿਵੇਂ ਸਹੀ, ਇਸ ਬਲਾ ਤੋਂ ਖਹਿੜਾ ਤਾਂ ਛੁੱਟੇਗਾ। ਮੇਰੀ ਸੱਸ ਨੇ ਫਿਰ ਦੁਬਾਰਾ ਕਿਹਾ ਕਿ ਤੁਸੀਂ ਹੁਣੇ ਹੀ ਬਾਜ਼ਾਰ ਜਾਓ, ਕੱਲ੍ਹ ਨੂੰ ਮੰਨੂ ਦਾ ਚੁੰਨੀ ਚੜਾਵਾ ਹੈ। ਮੈਂ ਹੋਰ ਕਿਸੇ ਵੀ ਰਿਸ਼ਤੇਦਾਰ ਤੇ ਆਂਢ ਗੁਆਂਢ ਨੂੰ ਨਹੀਂ ਦੱਸਿਆ ਉਸ ਦੇ ਵਿਆਹ ਬਾਰੇ, ਕਿਉਂਕਿ ਕੋਈ ਨਾ ਕੋਈ ਉਸ ਦੇ ਜਦੋਂ ਵੀ ਕੋਈ ਰਿਸ਼ਤਾ ਆਉਂਦਾ ਸੀ ਤਾਂ ਉਸ ਦੇ ਰਿਸ਼ਤੇ ਵਿੱਚ ਅੜਚਨ ਪੈ ਜਾਂਦੀ ਸੀ। ਮੈਨੂੰ ਵੀ ਆਪਣੀ ਸੱਸ ਦੀ ਗੱਲ 'ਤੇ ਵਿਸ਼ਵਾਸ ਹੋ ਗਿਆ। ਅਗਲੇ ਦਿਨ ਮੈਂ ਆਪਣੀ ਨਨਾਣ ਨੂੰ ਪੁੱਛਿਆ ਕਿ ਤੂੰ ਆਪਣੇ ਹੋਣ ਵਾਲੇ ਪਤੀ ਨੂੰ ਦੇਖਿਆ? ਤਾਂ ਮੰਨੂ ਨੇ ਸ਼ਰਮਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਹੋਰ ਕੁਝ ਮੰਨੂ ਤੋਂ ਪੁੱਛਦੀ ਤਾਂ ਮੇਰੀ ਸੱਸ ਮੇਰੇ ਕੋਲ ਆ ਗਈ। ਰਵਨੀਤ ਵੀ ਰੋਟੀ ਖਾ ਕੇ ਆਪਣੇ ਕੰਮ 'ਤੇ ਚਲੇ ਗਏ ਤਾਂ ਫਿਰ ਮੇਰੀ ਸੱਸ ਕਹਿੰਦੀ, ਮੈਂ ਵੀ ਤੁਹਾਡੇ ਨਾਲ ਚੱਲਾਂਗੀ, ਆਪਾਂ ਤਿੰਨੋਂ ਜਾ ਕੇ ਆਵਾਂਗੇ। ਮੇਰੀ ਸੱਸ ਨੂੰ ਇਹ ਸੀ ਕਿ ਮੈਂ ਮੰਨੂ ਤੋਂ ਕੁਝ ਜ਼ਿਆਦਾ ਨਾ ਪੁੱਛ ਲਵਾਂ। ਅਸੀਂ ਬਾਜ਼ਾਰ ਚਲੀਆਂ ਗਈਆਂ ਤੇ ਮੇਰੀ ਨਨਾਣ ਨੇ ਗੁਲਾਬੀ ਰੰਗ ਦਾ ਲਹਿੰਗਾ ਪਸੰਦ ਕਰਿਆ। ਮੇਰੀ ਨਨਾਣ ਬਹੁਤ ਖੁਸ਼ ਸੀ।
ਅਗਲੇ ਦਿਨ 11 ਵਜੇ ਮੁੰਡੇ ਵਾਲਿਆਂ ਨੇ ਆਉਣਾ ਸੀ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਮੰਮੀ, ਬਰਾਤ ਦੇ ਚਾਹ ਪਾਣੀ ਦਾ ਇੰਤਜ਼ਾਮ ਕਿਵੇਂ ਹੋਵੇਗਾ? ਤਾਂ ਮੇਰੀ ਸੱਸ ਨੇ ਕਿਹਾ, ਇਹ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਾਰਾ ਇੰਤਜ਼ਾਮ ਕਰਿਆ ਹੋਇਆ ਮੈਂ। ਬਿਊਟੀ ਪਾਰਲਰ ਦਾ ਕੋਰਸ ਕਰਿਆ ਸੀ ਤਾਂ ਮੰਮੀ ਕਹਿੰਦੀ ਤੂੰ ਹੀ ਮੰਨੂ ਨੂੰ ਤਿਆਰ ਕਰ ਦੇ। ਮੈਂ ਪੂਰੇ ਦਿਲ ਨਾਲ ਮੰਨੂ ਨੂੰ ਤਿਆਰ ਕਰਿਆ ਕਿ ਉਸ ਦਾ ਹੋਣ ਵਾਲਾ ਪਤੀ ਉਸ ਨੂੰ ਦੇਖ ਕੇ ਖੁਸ਼ ਹੋ ਜਾਵੇ। ਤੇ ਜਦੋਂ ਮੰਨੂ ਪੂਰੀ ਤਿਆਰ ਹੋਈ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ। ਮੇਰੀ ਸੱਸ ਮੰਨੂ ਨੂੰ ਨਾਲ ਲੈ ਗਈ ਤੇ ਮੈਨੂੰ ਕਹਿਣ ਲੱਗੀ, ਹੁਣ ਤੂੰ ਤਿਆਰ ਹੋ ਜਾ ਤੇ ਆਪਾਂ ਬਾਅਦ ਵਿੱਚ ਇਕੱਠੇ ਚੱਲਦੇ ਹਾਂ। ਮੈਂ ਤਿਆਰ ਹੋਣ ਲਈ ਮੇਕਅਪ ਕਰਨ ਲੱਗ ਪਈ ਤਾਂ ਅਚਾਨਕ ਮੇਰੇ ਕਮਰੇ ਦਾ ਗੇਟ ਬੰਦ ਹੋ ਗਿਆ। ਜਦੋਂ ਮੈਂ ਗੇਟ ਨੂੰ ਖੋਲ੍ਹਣ ਲੱਗੀ ਤਾਂ ਗੇਟ ਨਾ ਖੁੱਲ੍ਹਿਆ। ਮੈਂ ਬਹੁਤ ਆਵਾਜ਼ਾਂ ਮਾਰੀਆਂ ਪਰ ਮੇਰੀ ਕਿਸੇ ਨੇ ਕੋਈ ਗੱਲ ਨਾ ਸੁਣੀ। ਥੱਕ ਹਾਰ ਕੇ ਮੈਂ ਅੱਧੇ ਘੰਟੇ ਬਾਅਦ ਬੈੱਡ 'ਤੇ ਪੈ ਗਈ। ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਜਦੋਂ ਰਵਨੀਤ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਜਦੋਂ ਕਮਰੇ ਦਾ ਗੇਟ ਖੋਲ੍ਹਿਆ, ਉਹ ਮੈਨੂੰ ਦੇਖ ਕੇ ਹੱਸਣ ਲੱਗ ਪਏ ਤੇ ਮੈਨੂੰ ਕਹਿੰਦੇ ਕਿ ਇੰਨਾ ਸੱਜ ਧੱਜ ਕੇ ਕਿਵੇਂ ਕਮਰਾ ਬੰਦ ਕਰਕੇ ਬੈਠੀ ਹੈ। ਉਦੋਂ ਸ਼ਾਮ ਦਾ ਟਾਈਮ ਸੀ। ਮੇਰੀ ਸੱਸ ਵੀ ਮੇਰੇ ਕੋਲ ਆ ਗਈ ਤੇ ਮੈਨੂੰ ਕਹਿੰਦੀ ਕਿ ਤੂੰ ਤਾਂ ਕਮਰਾ ਬੰਦ ਕਰਕੇ ਬੈਠ ਗਈ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ, ਗੇਟ ਤੁਸੀਂ ਬੰਦ ਕਰਿਆ ਸੀ, ਮੈਂ ਤਾਂ ਤਿਆਰ ਹੋ ਰਹੀ ਸੀ। ਤਾਂ ਮੇਰੀ ਸੱਸ ਨੇ ਗੱਲ ਬਦਲਦੇ ਹੋਏ ਕਿਹਾ, ਨਹੀਂ ਨਹੀਂ, ਮੈਂ ਨਹੀਂ ਕਰਿਆ, ਮੈਂ ਤਾਂ ਕਿਹਾ ਕਿ ਤੂੰ ਸਾਡੇ ਨਾਲ ਨਹੀਂ ਜਾਣਾ ਚਾਹੁੰਦੀ। ਰਵਨੀਤ ਮੇਰੇ ਤੋਂ ਪੁੱਛਣ ਲੱਗਿਆ ਕਿ ਹੋ ਕੀ ਰਿਹਾ ਹੈ। ਮੈਂ ਆਪਣੀ ਸੱਸ ਵੱਲ ਦੇਖਦੇ ਹੋਏ ਕਿਹਾ ਕਿ ਮੰਨੂ ਦਾ ਅੱਜ ਵਿਆਹ ਹੋ ਗਿਆ ਹੈ। ਜਦੋਂ ਮੇਰੇ ਪਤੀ ਨੇ ਇਹ ਗੱਲ ਸੁਣੀ ਤਾਂ ਹੈਰਾਨ ਹੋ ਗਏ। ਮੇਰੀ ਸੱਸ ਕਹਿਣ ਲੱਗੀ, ਕੁਝ ਨਹੀਂ ਰਵਨੀਤ, ਮੈਂ ਤੈਨੂੰ ਸਾਰੀ ਗੱਲ ਦੱਸਦੀ ਹਾਂ। ਮੈਨੂੰ ਕੱਲ੍ਹ ਹੀ ਮੰਨੂ ਵਾਸਤੇ ਇੱਕ ਰਿਸ਼ਤੇ ਦੀ ਦੱਸ ਪਈ ਸੀ। ਤਾਂ ਮੈਂ ਜ਼ਿਆਦਾ ਗੱਲ ਨੂੰ ਨਾ ਵਧਾਉਂਦੇ ਹੋਏ ਮੈਂ ਕਿਹਾ ਕਿ ਅਜਿਹੀ ਹਰ ਇੱਕ ਰਿਸ਼ਤੇ ਵਿੱਚ ਕੋਈ ਨਾ ਕੋਈ ਅੜਚਨ ਆ ਜਾਂਦੀ ਹੈ, ਤਾਂ ਇਸ ਬਾਰੇ ਮੈਂ ਜ਼ਿਆਦਾ ਸੋਚਿਆ ਨਾ। ਉਹਨਾਂ ਨੂੰ ਵੀ ਇਹ ਮਨਜ਼ੂਰ ਸੀ। ਜਦੋਂ ਮੇਰੀ ਸੱਸ ਨੇ ਇਹ ਕਿਹਾ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਮੈਨੂੰ ਤਾਂ ਜਿਉਂਦੇ ਨੂੰ ਹੀ ਮਾਰ ਦਿੱਤਾ। ਤੁਸੀਂ ਮੇਰੇ ਨਾਲ ਇੱਕ ਵਾਰ ਤਾਂ ਗੱਲ ਕਰਦੇ। ਮੇਰੀ ਭੈਣ ਦਾ ਵਿਆਹ ਹੋ ਗਿਆ ਤੇ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਮੇਰੇ ਪਤੀ ਬਹੁਤ ਗੁੱਸੇ ਹੋਏ ਤੇ ਉਹਨਾਂ ਨੇ ਰਾਤ ਨੂੰ ਰੋਟੀ ਵੀ ਨਾ ਖਾਧੀ ਤੇ ਨਾ ਹੀ ਮੰਮੀ ਨੂੰ ਬੁਲਾਇਆ। ਮੈਂ ਰਵਨੀਤ ਨੂੰ ਬਹੁਤ ਸਮਝਾਇਆ ਕਿ ਇਹ ਸਭ ਦੀ ਜ਼ਿੰਮੇਵਾਰ ਮੰਮੀ ਨੇ, ਤੁਸੀਂ ਟੈਨਸ਼ਨ ਨਾ ਲਵੋ। ਜੇ ਕੁਝ ਵੀ ਦੀਦੀ ਨਾਲ ਮਾੜਾ ਹੋਇਆ ਤਾਂ ਉਹ ਵੀ ਆਪੇ ਹੀ ਸੰਭਾਲਣਗੇ। ਪਰ ਰਵਨੀਤ ਨੇ ਮੈਨੂੰ ਵੀ ਕੁਝ ਨਾ ਕਿਹਾ। ਅਗਲੇ ਦਿਨ ਜਦੋਂ ਰਵਨੀਤ ਕੰਮ 'ਤੇ ਚਲੇ ਗਿਆ ਤਾਂ ਮੰਮੀ ਮੈਨੂੰ ਕਹਿੰਦੇ ਕਿ ਮੈਂ ਮੰਨੂ ਨੂੰ ਮਿਲਣ ਜਾ ਰਹੀ ਹਾਂ ਉਹਦੇ ਸਹੁਰੇ ਘਰ। ਮੈਂ ਮੰਮੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਤੇ ਦੀਦੀ ਨੂੰ ਮਿਲ ਕੇ ਆਵਾਂਗੀ। ਜੋ ਮੇਰੀ ਸੱਸ ਨੇ ਮੈਨੂੰ ਕਿਹਾ ਤਾਂ ਉਹ ਮੈਂ ਸੁਣ ਕੇ ਹੈਰਾਨ ਰਹਿ ਗਈ। ਮੰਮੀ ਮੈਨੂੰ ਕਹਿੰਦੇ ਕਿ ਤੂੰ ਕਦੇ ਵੀ ਉਸ ਦੇ ਸਹੁਰੇ ਘਰ ਨਹੀਂ ਜਾਵੇਂਗੀ ਤੇ ਇਹ ਆਪਣੇ ਦਿਮਾਗ ਵਿੱਚੋਂ ਕੱਢ ਦੇ। ਜੇ ਤੂੰ ਉਸ ਦੇ ਸਹੁਰੇ ਘਰ ਉਸ ਨੂੰ ਮਿਲਣ ਗਈ ਤਾਂ ਮੈਂ ਤੈਨੂੰ ਆਪਣੇ ਪੁੱਤ ਤੋਂ ਤਲਾਕ ਦਵਾ ਦੇਵਾਂਗੀ। ਰਵਨੀਤ ਤਾਂ ਪਹਿਲਾਂ ਹੀ ਆਪਣੀ ਮੰਮੀ ਦਾ ਕਹਿਣਾ ਮੰਨਦੇ ਸੀ। ਫਿਰ ਮੈਂ ਆਪਣੇ ਦਿਮਾਗ ਵਿੱਚ ਸੋਚਿਆ, ਮੈਨੂੰ ਕੀ, ਮੈਂ ਕਿਸੇ ਤੋਂ ਕੀ ਲੈਣਾ, ਉਹ ਜਿੱਥੇ ਮਰਜ਼ੀ ਰਵੇ। ਵੈਸੇ ਵੀ ਉਹ ਤਾਂ ਮੈਨੂੰ ਤੰਗ ਹੀ ਕਰਦੀ ਸੀ। ਪਰ ਮੇਰੇ ਹਰ ਵੇਲੇ ਇਹੀ ਦਿਮਾਗ ਵਿੱਚ ਰਹਿੰਦਾ ਕਿ ਮੰਨੂ ਦਾ ਵਿਆਹ ਕਿੱਥੇ ਹੋਇਆ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਮੰਮੀ ਆਪਣੇ ਕਮਰੇ ਵਿੱਚ ਬੈਠੀ ਸੀ। ਮੈਂ ਜਦੋਂ ਉਹਨਾਂ ਨੂੰ ਚਾਹ ਫੜਾਉਣ ਗਈ ਤਾਂ ਮੈਂ ਜੋ ਦੇਖਿਆ, ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਦੀਦੀ ਦੇ ਪਤੀ ਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ। ਮੈਂ ਮੰਮੀ ਨੂੰ ਚਾਹ ਫੜਾ ਕੇ ਰੋਂਦੀ ਰੋਂਦੀ ਘਰ ਦੇ ਬਾਹਰ ਨਿਕਲ ਗਈ ਅਤੇ ਆਪਣੇ ਪੇਕੇ ਘਰ ਚਲੀ ਗਈ। ਮੇਰੀ ਮਾਂ ਨੇ ਗੇਟ ਖੋਲ੍ਹਿਆ ਤੇ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ। ਮੈਂ ਮੰਮੀ ਨੂੰ ਕਿਹਾ ਕਿ ਪਾਪਾ ਕਿੱਥੇ ਨੇ? ਉਹ ਕਹਿੰਦੀ ਕਿ ਗੱਲ ਕੀ ਹੋਈ, ਤੂੰ ਇੰਨਾ ਗੁੱਸੇ ਵਿੱਚ ਕਿਉਂ ਹੈ? ਪਾਪਾ ਤੇਰੇ ਕੰਮ 'ਤੇ ਗਏ ਨੇ, ਆਉਣ ਵਾਲੇ ਨੇ। ਮੈਂ ਉਹਨਾਂ ਟਾਈਮ ਚੁੱਪ ਕਰਕੇ ਬੈਠ ਗਈ। ਜਦੋਂ ਪਾਪਾ ਘਰ ਆਏ ਤਾਂ ਮੈਂ ਪਾਪਾ ਨੂੰ ਦੇਖ ਕੇ ਗੁੱਸੇ ਵਿੱਚ ਕਿਹਾ ਕਿ ਪਾਪਾ, ਤੁਸੀਂ ਜੋ ਮੇਰੀ ਮਾਂ ਨੂੰ ਧੋਖਾ ਦਿੱਤਾ ਠੀਕ ਨਹੀਂ ਕੀਤਾ। ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਕਿ ਕੀ ਹੋਇਆ ਤੈਨੂੰ? ਮੈਂ ਤੇਰੀ ਮਾਂ ਨੂੰ ਕਦੋਂ ਧੋਖਾ ਦਿੱਤਾ? ਮੈਂ ਕੀ ਕੀਤਾ? ਤਾਂ ਮੈਂ ਕਿਹਾ ਕਿ ਤੁਸੀਂ ਮੰਨੂ ਨਾਲ ਵਿਆਹ ਕਿਉਂ ਕਰਵਾਇਆ? ਪਾਪਾ ਮੇਰੀ ਗੱਲ ਸੁਣ ਕੇ ਘਬਰਾ ਗਏ ਤੇ ਮੇਰੀ ਮੰਮੀ ਇਹ ਸੁਣ ਕੇ ਡਿੱਗ ਪਏ। ਮੈਂ ਮੰਮੀ ਨੂੰ ਪਾਣੀ ਪਿਆਇਆ ਤੇ ਬੈੱਡ 'ਤੇ ਪਾ ਦਿੱਤਾ। ਮੇਰੇ ਪਾਪਾ ਕਹਿਣ ਲੱਗੇ, ਮੈਂ ਕਿਸੇ ਨੂੰ ਧੋਖਾ ਨਹੀਂ ਦਿੱਤਾ, ਤੁਸੀਂ ਮੇਰੀ ਗੱਲ ਤਾਂ ਸੁਣ ਲਓ ਸਾਰੀ। ਮੈਂ ਕਿਹਾ, ਪਾਪਾ ਜਦੋਂ ਤੁਸੀਂ ਮੇਰੀ ਸੱਸ ਨਾਲ ਵੀਡੀਓ ਕਾਲ ਕਰ ਰਹੇ ਸੀ ਤਾਂ ਤੁਸੀਂ ਮੰਨੂ ਦੇ ਪਿੱਛੇ ਖੜ੍ਹੇ ਸੀ। ਤਾਂ ਉਸਨੇ ਕਿਹਾ, ਹਾਂ ਮੈਂ ਪਿੱਛੇ ਖੜ੍ਹਾ ਸੀ, ਮੈਂ ਆਪਣੀ ਨੂੰਹ ਤੇ ਪੁੱਤ ਨੂੰ ਮਿਲਣ ਗਿਆ ਸੀ। ਮੰਨੂ ਬਹੁਤ ਵਧੀਆ ਕੁੜੀ ਆ, ਤੇਰਾ ਭਰਾ ਤੇ ਮੰਨੂ ਆਪਸ ਵਿੱਚ ਪਿਆਰ ਕਰਦੇ ਸੀ। ਤਾਂ ਮੈਂ ਪਾਪਾ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਮੰਨੂ ਦੀ ਉਮਰ 36 ਸਾਲ ਤੇ ਮੇਰੇ ਭਰਾ ਦੀ ਉਮਰ 27 ਸਾਲ।
ਇੰਨਾ ਫਰਕ ਥੋੜ੍ਹਾ ਹੁੰਦਾ। ਮੰਨੂ ਤਾਂ ਇੱਕ ਲੜਾਕੀ ਕੁੜੀ ਆ, ਤੇ ਤੇਰੇ ਪਾਪਾ ਨੇ ਕਿਹਾ ਕਿ ਮੈਨੂੰ ਇੱਕ ਦਿਨ ਸਹਿਜ ਨੇ ਦੱਸਿਆ ਕਿ ਮੰਨੂ ਨੂੰ ਪਸੰਦ ਕਰਦਾ ਹੈ। ਫਿਰ ਮੈਂ ਤੇਰੇ ਬਾਰੇ ਸੋਚਿਆ, ਤੇਰੇ ਤੇ ਮੰਨੂ ਦੀ ਆਪਸ ਵਿੱਚ ਸਾਰਾ ਦਿਨ ਲੜਾਈ ਹੁੰਦੀ ਰਹਿੰਦੀ ਹੈ। ਮੈਂ ਸਹਿਜ ਨੂੰ ਕਿਹਾ ਕਿ ਮੰਨੂ ਗੁੱਸੇ ਵਾਲੇ ਸੁਭਾਅ ਦੀ ਕੁੜੀ ਹੈ, ਤਾਂ ਸਹਿਜ ਨੇ ਕਿਹਾ, ਨਹੀਂ ਪਾਪਾ, ਤੁਸੀਂ ਬੇਫਿਕਰ ਹੋ ਜਾਓ, ਮੈਂ ਮੰਨੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਬਹੁਤ ਵਧੀਆ ਸੁਭਾਅ ਦੀ ਹੈ। ਮੈਂ ਤੁਹਾਨੂੰ ਦੱਸ ਤਾਂ ਦਿੰਦਾ, ਪਰ ਤੁਸੀਂ ਇਸ ਰਿਸ਼ਤੇ ਦੇ ਪੂਰੀ ਤਰ੍ਹਾਂ ਖਿਲਾਫ ਸੀ, ਤੇ ਤੇਰੀ ਮਾਂ ਤਾਂ ਮੰਨੂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਇਸੇ ਕਰਕੇ ਮੈਂ ਤੇ ਤੇਰੀ ਸੱਸ ਦੋਹਾਂ ਨੇ ਸਲਾਹ ਕਰਕੇ ਮੰਨੂ ਤੇ ਸਹਿਜ ਦਾ ਵਿਆਹ ਕਰ ਦਿੱਤਾ। ਮੈਂ ਪਾਪਾ ਨਾਲ ਬਹੁਤ ਗੁੱਸੇ ਹੋਈ ਕਿ ਤੁਸੀਂ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਤਾਂ ਲੈਂਦੇ। ਤਾਂ ਮੇਰੇ ਪਾਪਾ ਨੇ ਕਿਹਾ, ਮੈਂ ਜੋ ਕੀਤਾ ਠੀਕ ਹੀ ਕੀਤਾ। ਮੈਂ ਇੰਨਾ ਕਹਿ ਕੇ ਆਪਣੇ ਘਰ ਆ ਗਈ। ਮੈਂ ਘਰ ਆ ਕੇ ਰਵਨੀਤ ਨੂੰ ਸਾਰੀ ਸੱਚਾਈ ਦੱਸੀ। ਪਹਿਲਾਂ ਤਾਂ ਉਹ ਘਬਰਾ ਗਏ, ਫਿਰ ਉਹਨਾਂ ਦੇ ਚਿਹਰੇ 'ਤੇ ਅਚਾਨਕ ਮੁਸਕਰਾਹਟ ਆ ਗਈ। ਪਰ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਪਰ ਇੱਕ ਗੱਲ ਸੀ, ਜਿਸ ਦਿਨ ਦਾ ਮੰਨੂ ਦਾ ਵਿਆਹ ਹੋਇਆ ਸੀ, ਉਸ ਦਿਨ ਤੋਂ ਬਾਅਦ ਮੇਰੀ ਸੱਸ ਦੇ ਸੁਭਾਅ ਅਤੇ ਮੰਨੂ ਦੇ ਸੁਭਾਅ ਵਿੱਚ ਬਹੁਤ ਫਰਕ ਸੀ। ਮੰਨੂ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਮੇਰੇ ਦਿਲ ਵਿੱਚ ਬਹੁਤ ਗੁੱਸਾ ਸੀ। ਫਿਰ ਮੇਰੇ ਪਾਪਾ ਨੇ ਮੈਨੂੰ ਇੱਕ ਦਿਨ ਫੋਨ ਕਰਿਆ ਤੇ ਕਿਹਾ ਕਿ ਪੁੱਤ, ਜਦੋਂ ਸਹਿਜ ਤੇ ਮੰਨੂ ਦੋਵੇਂ ਖੁਸ਼ ਆ ਤਾਂ ਤੂੰ ਕਿਉਂ ਦੁਖੀ ਹੁੰਦੀ ਹੈ। ਫਿਰ ਮੈਂ ਪਾਪਾ ਦੀ ਗੱਲ ਨੂੰ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ, ਤੇ ਉਸ ਤੋਂ ਬਾਅਦ ਮੈਂ ਸਹਿਜ ਤੇ ਮੰਨੂ ਦੇ ਬਾਰੇ ਸੋਚਣਾ ਛੱਡ ਦਿੱਤਾ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ, ਕਮੈਂਟ ਰਾਹੀਂ ਜ਼ਰੂਰ ਦੱਸਣਾ, ਤੇ ਨਾਲ ਹੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।